ਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਆਪਾਂ। ਨਾਲ ਦੀ ਨਾਲ ਜਿਹੜੇ ਵੀਰ ਇਸ ਵਕਤ ਜੁੜੇ ਨੇ, ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਜੀ ਕਿ ਤੁਸੀਂ ਰੇਡੀਓ ਪੰਜਾਬ ਟੂਡੇ ਦੇ YouTube ਚੈਨਲ ਨੂੰ, ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਲਾਈਕ ਕਰੋ, ਉਹਨੂੰ ਸ਼ੇਅਰ ਕਰਿਆ ਕਰੋ। ਕੁਛ ਚੰਗਾ ਤੁਹਾਨੂੰ ਦੇਣ ਦੀ ਕਰ ਰਹੇ ਹਾਂ, ਕਿਉਂਕਿ ਜਿਸ ਢੰਗ ਦੇ ਨਾਲ ਦੇਖੋ ਪੰਜਾਬ ਦੇ ਵਿੱਚ ਗੰਦ ਪਰੋਸਿਆ ਜਾ ਰਿਹਾ ਵੱਖ-ਵੱਖ ਪੇਜਾਂ ਦੇ ਜ਼ਰੀਏ, ਉਹ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ। ਸਾਡਾ ਬ੍ਰੇਨ ਵਾਸ਼ ਕੀਤਾ ਜਾ ਰਿਹਾ, ਸਾਡੇ ਅਸਲ ਮੁੱਦਿਆਂ ਤੋਂ ਲਾਂਭੇ ਕੀਤਾ ਜਾ ਰਿਹਾ। ਅਸੀਂ ਕੁਛ ਮੰਗ ਨਾ ਸਕੀਏ, ਅਸੀਂ ਆਪਣੇ ਬਾਰੇ ਕੁਝ ਸੋਚ ਨਾ ਸਕੀਏ। ਸਾਨੂੰ ਇੱਕ ਗੱਲ ਸਾਹਮਣੇ ਆਉਣੀ ਪੈਣੀ ਹੈ ਕਿ ਘੱਟੋ ਘੱਟ ਤੁਸੀਂ ਉਹਨਾਂ ਪੇਜਾਂ ਨੂੰ, ਭਾਵੇਂ ਠੀਕ ਹੈ ਤੁਹਾਨੂੰ ਐਂਟਰਟੇਨਮੈਂਟ ਦਿੰਦੇ ਆ, ਚੰਗਾ ਲੱਗਦਾ, ਪਰ ਉਹਨਾਂ ਲੋਕਾਂ ਨੂੰ ਪੱਤਰਕਾਰ ਇੱਕ ਤਾਂ ਕਹਿਣਾ ਬੰਦ ਕਰੋ। ਜਦੋਂ ਅਸੀਂ ਪੱਤਰਕਾਰ ਕਹਿ ਦਿੰਦੇ ਹਾਂ ਤਾਂ ਉਹ ਬੰਦੇ ਚੌੜੇ ਹੋ ਜਾਂਦੇ ਆ, ਨਾ ਉਹਨਾਂ ਨੂੰ ਪੱਤਰਕਾਰਤਾ ਦੇ ਕੋਈ ਪਤਾ, ਅਸੂਲ ਪਤਾ, ਨਾ ਕੁਛ ਹੋਰ ਪਤਾ। ਜੇ ਹੋ ਸਕੇ ਤਾਂ ਚੰਗੇ ਜਿਹੜੇ ਪੇਜਿਸ ਨੇ, ਜਿਹੜੇ ਚੰਗੇ ਮਸਲੇ ਲੈ ਕੇ ਆਉਂਦੇ, ਉਹਨਾਂ ਨੂੰ ਜ਼ਰੂਰ ਪ੍ਰਮੋਟ ਕਰੋ। ਮੇਰੀ ਇੰਨੀ ਗੁਜ਼ਾਰਿਸ਼ ਹੈ। ਅਤੇ ਜੇਕਰ ਤੁਸੀਂ ਸਾਨੂੰ ਐਡਵਰਟੀਜ਼ਮੈਂਟ ਦੇਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 97801 41741 ਦੇ ਉੱਤੇ। ਇਹੀ ਮੇਰਾ ਵਟਸਐਪ ਨੰਬਰ ਹੈ ਜੀ। ਤੁਸੀਂ ਸਾਨੂੰ ਮਹੀਨਾਵਾਰ ਚੰਦਾ ਵੀ ਭੇਜ ਸਕਦੇ ਹੋ, ਕਿਉਂਕਿ ਤੁਸੀਂ ਸਿਆਣੇ ਹੋ ਕਿ ਬੂੰਦ ਬੂੰਦ ਨਾਲ ਸਾਗਰ ਜਿਹੜਾ ਭਰ ਜਾਂਦਾ। ਸੋ ਬੂੰਦ ਬੂੰਦ ਦੇ ਨਾਲ ਬੜੇ ਸੱਜਣ ਜਿਹੜੇ ਸਾਨੂੰ ਸਹਿਯੋਗ ਵੀ ਦੇ ਰਹੇ ਨੇ। ਕੁਛ ਹੱਦ ਤੱਕ ਰੇਡੀਓ ਪੰਜਾਬ ਟੂਡੇ ਆਪਣੇ ਖਰਚੇ ਕੱਢਣ ਦੇ ਵਿੱਚ ਕਾਮਯਾਬੀ ਹੈ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਅੱਗੇ। ਅਤੇ ਹੁਣ ਆਪਾਂ ਨੀਲ ਭਲਿੰਦਰ ਜੀ ਸਾਡੇ ਨਾਲ ਜੁੜ ਗਏ ਨੇ ਚੰਡੀਗੜ੍ਹ ਤੋਂ। ਨੀਲ ਭਲਿੰਦਰ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨੀਲ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਨੀਲ ਜੀ, ਜਥੇਦਾਰ ਸਾਹਿਬ, ਮੈਂ ਹੈਰਾਨੀ ਹੈ ਵੀ ਲੋਕ ਤਾਂ ਗਾਂਹ ਨੂੰ ਚੱਲਦੇ ਨੇ, ਕੌਮ ਦੀ ਰਹਿਨਮਾਈ ਕਰਦੇ ਨੇ। ਸਾਡੇ ਜਥੇਦਾਰ ਜਿਹੜੇ ਸੀਗੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਰਬੱਤ ਖਾਲਸਾ ਵੇਲੇ ਜਥੇਦਾਰ ਬਣਾਇਆ ਗਿਆ ਸੀਗਾ ਤਖ਼ਤ ਦਮਦਮਾ ਸਾਹਿਬ ਦਾ, ਉਹ ਜਥੇਦਾਰੀ ਤੋਂ ਪਰਾਂ ਜਿਹੜਾ ਹਟ ਕੇ ਪ੍ਰਧਾਨਗੀ ਜਿਹੜੀ ਹੈ ਸਿੱਖ ਗੁਰਦੁਆਰਾ, ਹਰਿਆਣਾ ਸਿੱਖ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲ ਤੁਰ ਪਏ ਨੇ ਜੀ। ਦੇਖੋ, ਇਹ ਦੋ ਨਜ਼ਰੀਏ ਹੋ ਸਕਦੇ ਆ ਦਾਨੀ ਵਾਲੇ ਸਾਹਿਬ ਜੀ ਕਿ ਜੇਕਰ ਸਾਨੂੰ ਏਦਾਂ ਦੇ ਜਿਹੜੀ ਸੰਸਥਾਵਾਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੀ, ਈਵਨ ਕਿ ਸਟੇਟਸ ਕੋ ਹੈ ਸੁਪਰੀਮ ਕੋਰਟ ਤੋਂ ਹਰਿਆਣਾ ਕਮੇਟੀ ਦੇ ਉੱਤੇ ਜੀ, ਤਾਂ ਫਿਰ ਵੀ 41 ਮੈਂਬਰ ਹਰਿਆਣਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀ ਜੀ। ਤਾਂ ਜਦੋਂ ਇਹ ਕਮੇਟੀ ਬਣੀ ਤਾਂ ਉਹਨਾਂ 'ਚੋਂ ਹੁਣ 32 ਮੈਂਬਰ ਰਹਿ ਗਏ ਨੇ ਜੀ। ਜਿਹੜੇ 8, 9, 10 ਮੈਂਬਰ ਸੀਗੇ, ਉਹਨਾਂ 'ਚੋਂ ਕੁਝ ਫੌਤ ਹੋ ਚੁੱਕੇ ਨੇ, ਕੁਝ ਇਨਐਕਟਿਵ ਹੋ ਚੁੱਕੇ ਨੇ ਜੀ, ਤੇ 4 ਮੈਂਬਰ ਸ਼੍ਰੋਮਣੀ ਕਮੇਟੀ ਵੱਲ ਨੇ ਜੀ, ਜਿਹੜੀ ਆਪਣੀ ਅੰਮ੍ਰਿਤਸਰ ਵਾਲੀ ਹੈ। ਹੂੰ। ਤਾਂ ਲੈ ਜਾ ਕੇ 31, 32 ਮੈਂਬਰ ਪਿੱਛੇ ਵੱਸਦੇ ਨੇ ਇਹ। ਜੀ। ਤਾਂ ਜੇਕਰ ਇਧਰਲੇ ਪਾਸੇ ਇਹਨਾਂ ਨੇ ਚੋਣ ਕਰਾਈ ਹੈ, ਦੇਖੋ ਐਗਜ਼ੀਕਿਊਟਿਵ ਦੀ ਚੋਣ ਹੈ, ਇਹ ਚੋਣ ਨਾਰਮਲ ਚੋਣ ਨਹੀਂ ਸੀਗੀ, ਆਮ ਚੋਣ ਨਹੀਂ ਸੀਗੀ। ਤਾਂ ਇਹਦੇ 'ਚ 32 ਚੋਂ ਮੇਰੇ ਖਿਆਲ 'ਚ 23 ਮੈਂਬਰ ਭੁਗਤੇ ਨੇ ਦਾਦੂਵਾਲ ਵੱਲ ਜੀ। ਤੇ ਜਿਹੜਾ ਤੁਸੀਂ ਸਵਾਲ ਚੱਕਿਆ ਕਿ ਇਹ ਤਖਤ ਸਾਹਿਬ ਦੇ, ਦਮਦਮਾ ਸਾਹਿਬ ਦੇ ਜਿਹੜੇ ਮੁਤਵਾਜੀ ਜਥੇਦਾਰ ਦੇ ਅਹੁਦੇ ਤੋਂ ਮੁੜ ਕੇ ਉਧਰ ਨੂੰ ਚੱਲੇ ਨੇ ਜੀ, ਤਾਂ ਇਹਦਾ ਦੂਜਾ ਪਹਿਲੂ ਇਹ ਹੋ ਸਕਦਾ ਜੀ ਕਿ ਵੀ ਜੇ ਦਾਦੂਵਾਲ ਸਾਹਿਬ ਦੇ ਆਪਣੇ ਆਪ 'ਚ ਕੋਈ ਇਹਨਾਂ ਨੇ ਇਹ ਕਹਿਣਾ ਕਿ ਵੀ ਆਪਾਂ ਇਹ ਇੱਕ ਨਵੀਂ ਪਿਰਤ ਪਾਉਣੀ ਹੈ। ਮਤਲਬ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜੋ ਇੱਕ ਪਿਰਤ ਹੈ ਵੀ ਜੇ ਪਾਉਣੀ ਹੈ ਤਾਂ ਉਹਨਾਂ ਵਾਸਤੇ ਬੜਾ ਵਧੀਆ ਮੌਕਾ ਆਇਆ ਹੈ ਜੀ। ਕਿਉਂਕਿ ਸਾਡੇ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਲੀਡਰ ਚੁਣਨਾ ਬੜਾ ਔਖਾ ਹੋਇਆ ਪਿਆ। ਸਾਨੂੰ ਬੜੀ ਮੁਸ਼ਕਲ ਆ ਜਾਂਦੀ ਹੈ ਕਿ ਸਾਡੇ ਕੋਲ ਕਿਰਦਾਰ ਨਹੀਂ ਲੱਭਦਾ ਜੀ। ਤਾਂ ਸਾਨੂੰ ਜੇਕਰ ਇਹ ਪੇਸ਼ ਆਏ ਨੇ, ਸਾਹਮਣੇ ਆਏ ਨੇ, ਇਹਨਾਂ ਦੇ ਸਾਹਮਣੇ ਰੱਤੀਆਂ ਸੀਗੇ, ਜਥੇਦਾਰ ਰੱਤੀਆਂ ਇੱਕ ਨੇ ਹਰਿਆਣੇ ਤੋਂ ਜੀ, ਤੇ ਇੱਕ ਬੰਦਾ ਹੋਰ ਸੀਗਾ, ਮੈਨੂੰ ਨਾਮ ਨਹੀਂ ਯਾਦ ਆ ਰਿਹਾ ਜੀ। ਤਾਂ ਉਹ 3 ਮੈਂਬਰਾਂ ਦੇ ਵਿੱਚ ਇੱਕ ਚੋਣ ਦੀ ਇੱਕ ਕਸ਼ਮਕਸ਼ ਹੋਈ ਹੈ ਜਿਸ ਚੋਂ ਇਹ ਜਿੱਤੇ ਨੇ। ਤੇ ਇਹਦੇ ਵਿੱਚ ਹੀ ਹਰਪ੍ਰੀਤ ਸਿੰਘ ਨਰੂਲਾ ਜਿਹੜੇ ਕਿ ਕਰਨਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜੀ ਤੇ ਬਾਅਦ ਚ ਹਰਿਆਣਾ ਕਮੇਟੀ ਵੱਲ ਆਏ ਨੇ, ਜਿਨ੍ਹਾਂ ਦੀਆਂ ਅਸ਼ਲੀਲ ਫੋਟੋਆਂ ਸਾਹਮਣੇ ਆਈਆਂ। ਅੱਛਾ ਜੀ। ਇਸ ਚੋਣ ਦੇ ਵਿੱਚ ਹੀ ਇਸ ਚੋਣ ਦੇ ਵਿੱਚ ਹੀ ਉਹਨਾਂ ਦੀ ਚੰਡੀਗੜ੍ਹ ਦੀ ਇੱਕ ਲੜਕੀ ਹੈ, ਉਸ ਨਾਲ ਉਹ ਸਿੰਗਾਪੁਰ ਜਾਂਦੇ ਨੇ। ਸਿੰਗਾਪੁਰ ਦੇ ਇੱਕ ਹੋਟਲ ਦੇ ਵਿੱਚ, ਚਲੋ ਉਹ ਇੱਕ ਜਾਤੀ ਇੱਕ ਬੰਦੇ ਦਾ ਇਨਸੀਡੈਂਟ ਹੋ ਸਕਦਾ ਹੈ, ਪਰ ਇੱਕ ਧਾਰਮਿਕ ਕਿਰਦਾਰ ਦੇ ਬੰਦੇ ਵਾਸਤੇ ਜੀ ਉਹ ਫੋਟੋਆਂ ਜਿਸ ਤਰੀਕੇ ਦੀਆਂ ਹੈ ਨੇ, ਤੇ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ, ਤੁਸੀਂ ਰੇਡੀਓ ਪੰਜਾਬ ਟੂਡੇ ਸਰੋਤਿਆਂ ਨੂੰ ਤੁਸੀਂ ਦਿਖਾ ਦਿਓ ਫੋਟੋਆਂ। ਤਾਂ ਉਹ ਫੋਟੋਆਂ ਦੇਖ ਕੇ ਸ਼ਰਮ ਆਉਂਦੀ ਹੈ ਕਿ ਚਿੱਟੀ ਦਾੜੀ ਵਾਲਾ ਬੰਦਾ ਕੀ ਕਰ ਰਿਹਾ ਹੈ।
ਉਹਨੂੰ ਸਗੋਂ ਕਿ ਹਰਿਆਣਾ ਦੇ ਵਿੱਚ ਸ਼ਾਇਦ, ਕਿਉਂਕਿ ਸਾਡੀ ਹਾਲੇ ਇੰਨਾ ਨਾ ਪੰਜਾਬ ਤੇ ਹਰਿਆਣਾ ਦੀ ਜਿਹੜੀ ਸਿੱਖ ਪੋਲਿਟਿਕਸ ਹੈ ਜੀ, ਉਹ ਇੰਨੀ ਰਲਗੱਡ ਨਹੀਂ ਹੋਈ। ਹਰਿਆਣਾ ਦੇ ਵਿੱਚ ਜੋ ਵਾਪਰ ਰਿਹਾ ਸਾਨੂੰ ਪਤਾ ਨਹੀਂ ਲੱਗਦਾ, ਪਰ ਉਹ ਦੂਜਾ ਸੁੱਚਾ ਸਿੰਘ ਲੰਘਾ ਕਿਹਾ ਗਿਆ ਉਹਨੂੰ। ਅੱਛਾ ਜੀ। ਉਹਦੇ ਬਾਰੇ ਹਰਿਆਣਾ ਦੀ ਸਿੱਖ ਸੰਗਤ, ਈਵਨ ਬੀਬੀਆਂ ਨੇ ਮੰਗ ਪੱਤਰ ਦੇ ਕੇ ਉਹਦੇ ਪੋਸਟਰ ਲੱਗੇ ਗੁਰਦੁਆਰਾ 6ਵੀਂ ਤੇ 9ਵੀਂ ਪਾਤਸ਼ਾਹੀ ਗੂਲਾ ਚੀਕੇ ਵਿਖੇ। ਅੱਛਾ ਜੀ। ਉਹ ਗੰਦੇ ਪੋਸਟਰ। ਦੱਸੋ। ਤੇ ਉਹ ਬੰਦਾ ਵੀ ਹਰਪ੍ਰੀਤ ਸਿੰਘ ਨਰੂਲਾ ਕਰਨਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ, ਮਤਲਬ ਕਿ ਹੁਣ ਹਰਿਆਣਾ ਕਮੇਟੀ ਮੈਂਬਰ। ਹਾਂਜੀ। ਤੇ ਉਹ ਬੰਦਾ ਵੀ ਕੈਂਡੀਡੇਟ ਸੀ ਪ੍ਰਧਾਨ ਦਾ। ਅੱਛਾ ਅੱਛਾ। ਇਸ ਚੋਣ ਦੇ ਵਿੱਚ ਉਸ ਬੰਦੇ ਦੇ ਕਾਗਜ਼ ਰੱਦ ਕਰਨੇ ਪਏ, ਕਿਉਂਕਿ ਇਹ ਚੀਜ਼ਾਂ ਤਾਂ ਸਾਹਮਣੇ ਆ ਗਈਆਂ ਅੱਛਾ ਵੀ ਉਹ ਬੰਦਾ ਵੀ ਕਿਸੇ ਔਰਤ ਨਾਲ ਇਸ ਤਰ੍ਹਾਂ ਦੀ ਸਥਿਤੀ ਵਿੱਚ ਫੜਿਆ ਗਿਆ। ਤਾਂ ਹੁਣ ਜਿਹੜੀ ਆਪਾਂ ਗੱਲ ਕਰੀਏ, ਜੇਕਰ ਦਾਦੂਵਾਲ ਹਰਿਆਣਾ ਪੰਜਾਬ ਨੂੰ ਭੁੱਲ ਜਾਣ ਜੀ। ਹਰਿਆਣਾ ਦੇ ਵਿੱਚ ਸਿੱਖ ਗੁਰਦੁਆਰਿਆਂ ਦੇ ਵਿੱਚ, ਸਿੱਖ ਸੰਸਥਾਵਾਂ ਦੇ ਵਿੱਚ ਜੇਕਰ ਉੱਥੇ ਛਾਨਣੀ ਲਾਉਣ ਦੀ ਲੋੜ ਹੈ ਤਾਂ ਦਾਦੂਵਾਲ ਸਾਹਿਬ ਵਾਸਤੇ ਬਹੁਤ ਵੱਡਾ ਚੈਲੰਜ ਹੈ ਕਿ ਉਹ ਦਿਖਾਣ, ਉਹ ਇਹ ਸਾਬਤ ਕਰਕੇ ਦਿਖਾਣ ਕਿ ਧਾਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜੀ ਜੀ ਜੀ। ਮਤਲਬ ਉਹਨਾਂ ਵਾਸਤੇ ਮੌਕਾ ਹੈ। ਪਰ ਦਾਦੂਵਾਲ ਸਾਹਿਬ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਕੰਟਰੋਵਰਸੀ 'ਚ ਰਹੇ ਨੇ। ਨਹੀਂ, ਉਹ ਪਰ ਰਹਿਣ ਵਾਲੇ ਤਾਂ ਹਰਿਆਣਾ ਦੇ ਨੇ ਨਾ। ਉਹਨਾਂ ਦਾ ਪਿੰਡ ਹਰਿਆਣੇ 'ਚ ਹੈ। ਤੇ ਚਲੋ ਆਪਾਂ ਇੱਕ ਐਪੀਸੋਡ ਸ਼ੁਰੂ ਹੋਇਆ, ਨਵਾਂ ਅਧਿਆਇ ਸ਼ੁਰੂ ਹੋਇਆ ਜੀ। ਹਰਿਆਣੇ ਦੀ ਕਮੇਟੀ ਬਣਦੀ ਹੈ, ਦੇਖੋ ਦਿੱਲੀ ਕਮੇਟੀ ਬਣੀ। ਦੇਖੋ ਇਹਦਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਪਹਿਲੀ ਗੱਲ ਤਾਂ ਦਾਨੀਵਾਲੇ ਸਾਹਿਬ, ਆਪਾਂ ਇਹ ਗੱਲ ਕਲੀਅਰ ਕਰੀਏ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਤਖਤ ਪਟਨਾ ਸਾਹਿਬ ਬੋਰਡ ਤੇ ਤਖਤ ਹਜੂਰ ਸਾਹਿਬ ਬੋਰਡ ਜੀ, ਵੀ ਇਹਨਾਂ ਦਾ ਧਾਰਮਿਕ ਤੌਰ ਦੇ ਉੱਤੇ ਏਡਾ ਵੱਡਾ ਰੋਲ ਨਹੀਂ ਹੈਗਾ। ਇਹ ਮੈਨੇਜਮੈਂਟ ਵਾਸਤੇ ਨੇ। ਜੀ ਜੀ ਜੀ। ਜਦੋਂ ਅੰਗਰੇਜ਼ਾਂ ਵੇਲੇ ਇਹਨਾਂ ਨੇ ਉਦੋਂ ਤੋਂ ਸਿੱਖਾਂ ਦੀ ਮਾਸਟਰ ਤਾਰਾ ਸਿੰਘ ਹੋਣੀ, ਉਹਨਾਂ ਦੀ ਇੰਨੀ ਵੱਡੀ ਦੇਣ ਸੀ, ਉਹਨਾਂ ਨੇ ਪ੍ਰੈਸ਼ਰ ਬਣਾਇਆ ਤੇ ਸਿੱਖ ਗੁਰਦੁਆਰਾ ਐਕਟ ਬਣਿਆ 1925। ਤੇ ਉਸ ਤੋਂ ਬਾਅਦ ਇਹ ਕਮੇਟੀਆਂ ਬਣੀਆਂ ਨੇ ਜੀ। ਜਿਹੜੀ ਸਿੱਖਾਂ ਦੀ ਆਸਥਾ ਹੈ, ਇੱਕ ਸ਼ਰਧਾ ਹੈ, ਉਹਦਾ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ। ਤਾਂ ਇਸੇ ਤਰ੍ਹਾਂ ਜਿਹੜੀ ਸਿੱਖ ਗੁਰਦੁਆਰਾ ਹੁਣ ਹਰਿਆਣਾ ਕਮੇਟੀ ਬਣੀ ਹੈ ਜੀ, ਵੀ ਇਹ ਇੱਕ ਵੱਖਰੀ ਹੈ, ਇਹ ਆਸਥਾ ਨਾਲ ਨਾ ਜੋੜੀਏ ਆਪਾਂ ਇਹਨੂੰ। ਅੱਛਾ ਜੀ। ਇਹ ਮੈਨੇਜਮੈਂਟ ਨਾਲ ਜੋੜ ਦਈਏ। ਹਾਂ, ਇਹਨੂੰ ਮੈਨੇਜਮੈਂਟ ਹੈ, ਇੱਕ ਮੈਨੇਜਮੈਂਟ ਹੈ, ਇੱਕ ਕਾਨੂੰਨ ਦਾ ਵਿਸ਼ਾ ਹੈ। ਸਬਜੈਕਟ ਮੈਟਰ ਟੂ ਲਾਅ ਹੈ, ਇਹ ਕਨਸਟੀਟਿਊਸ਼ਨ ਆਫ ਇੰਡੀਆ ਹੈ। ਵੀ ਅਸੀਂ ਇਹ ਕਹੀਏ ਕਿ ਇੱਕ ਕਮੇਟੀ ਦੇ ਵਿੱਚ ਅੱਜ ਕਾਰਜਕਾਰਨੀ ਚੁਣੀ ਗਈ ਹੈ, ਜਿਹਦੇ ਚ ਦਾਦੂਵਾਲ ਨੂੰ ਪ੍ਰਧਾਨ ਚੁਣਿਆ ਗਿਆ। 32 ਮੈਂਬਰ ਸੀ, ਉਹਨਾਂ ਚ 23 ਮੈਂਬਰ ਇੱਧਰ ਭੁਗਤੇ ਨੇ ਜੀ। ਪਰ ਹੁਣ ਦਾਦੂਵਾਲ ਸਾਹਿਬ ਵਾਸਤੇ ਵੱਡਾ ਸਵਾਲ ਹੈ ਕਿ ਉਹ ਹੁਣ ਇਸ ਚੀਜ਼ ਨੂੰ ਕਿਸ ਤਰ੍ਹਾਂ ਵਖਰੇਵਾਂ ਕਰਨਗੇ ਕਿ ਜਿਹੜੀ ਅੰਮ੍ਰਿਤਸਰ ਵਾਲੀ ਕਮੇਟੀ ਹੈ ਜੀ, ਮੈਂ ਹੁਣ ਇਸ ਗੱਲ ਤੇ ਆ ਗਿਆ ਕਿ ਇੱਕ ਕਮੇਟੀ ਤੇ ਜਿਹੜੀ ਦਿੱਲੀ ਵਾਲੀ ਕਮੇਟੀ ਹੈ, ਉਹਦੇ ਬਰਾਬਰ ਕਿਵੇਂ ਚੱਲਣਗੇ? ਨਹੀਂ, ਉਹਦੇ ਬਰਾਬਰ ਨਹੀਂ ਜੀ। ਤੁਸੀਂ ਵੀ ਹੁਣ ਜਿਹੜਾ ਕਹਿੰਦੇ ਆਏ ਹੋ, ਹੁਣ ਤੱਕ ਤੁਹਾਡੀ ਲੜਾਈ ਰਹੀ ਹੈ ਕਿ ਜਦੋਂ ਦਾਦੂਵਾਲ ਨੇ ਮੋਰਚੇ ਦੀ ਅਗਵਾਈ ਕੀਤੀ ਹੈ ਕਿ ਬੇਅਦਬੀ ਵਾਲੇ ਮੋਰਚੇ ਦੀ, ਤਾਂ ਉੱਥੇ SGPC ਨਹੀਂ ਬੋਲੀ ਜੀ। ਤਾਂ ਹੁਣ ਜਿਹੜੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਅਗਵਾਈ ਕਰ ਰਹੇ ਨੇ ਜੀ, ਤਾਂ ਉੱਥੇ ਉਹ ਕਿਸ ਤਰ੍ਹਾਂ ਹੁਣ ਪ੍ਰੂਵ ਕਰਨਗੇ, ਕਿਸ ਤਰ੍ਹਾਂ ਉਹਨਾਂ ਨੇ ਸਾਬਤ ਕਰਨਾ ਹੈ ਕਿ ਜਿਹੜੇ ਵੀ ਸਿੱਖ ਮਸਲੇ ਨੇ ਉਹਨਾਂ 'ਚ ਗੁਰਦੁਆਰਾ ਕਮੇਟੀਆਂ ਕੀ ਰੋਲ ਅਦਾ ਕਰ ਸਕਦੀਆਂ ਨੇ ਜੀ ਜੀ, ਕੀ ਅਗਵਾਈ ਦੇ ਸਕਦੀਆਂ ਨੇ? ਇਹ ਵੱਡੀ ਚੁਣੌਤੀ ਹੈ। ਜੀ ਜੀ। ਸੋ तमाम ਜਿਹੜੀਆਂ ਨੇ ਤੁਸੀਂ ਚਾਨਣਾ ਪਾਇਆ, ਸੋ ਇਹਦੇ ਉੱਤੇ ਸਾਡੇ ਸਰੋਤੇ ਜਿਹੜੇ ਨੇ ਉਹ ਆਪਣੇ ਵਿਚਾਰ ਦੇ ਦੇਣਗੇ ਤੇ ਬਿਲਕੁਲ ਉਹ ਸਾਨੂੰ ਕਮੈਂਟ ਕਰ ਸਕਦੇ ਨੇ ਕਿ ਹਰਿਆਣਾ ਦੀ ਜਿਹੜੀ ਚੋਣ ਹੋਈ ਹੈ ਉਹ ਕਿੰਨੀ ਸਹੀ ਹੈ। ਪਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਦਾਦੂਵਾਲ ਨੂੰ ਬੈਕਅਪ ਜਿਹੜਾ ਹੈਗਾ ਉਹ ਕਿਹੜੇ ਧੜੇ ਦਾ ਸੀਗਾ ਕਿ ਉੱਥੇ ਚੋਣ ਜਿੱਤ ਸਕੇ, ਜੇ ਉਹ ਕਲੀਅਰ ਕਰ ਦਿਓ ਥੋੜਾ ਜਿਹਾ। ਦੇਖੋ, ਉੱਥੇ ਝਿੰਡਾ ਤੇ ਨਲਵੀ ਦੋ ਧੜੇ ਸੀਗੇ। ਨਲਵੀ ਧੜਾ ਦਾਦੂਵਾਲ ਵਾਲੇ ਪਾਸੇ ਸੀਗਾ। ਅੱਛਾ ਜੀ। ਕਿਉਂਕਿ 13 ਜੁਲਾਈ 2020 ਨੂੰ ਉੱਥੇ ਗੂਲਾ ਚੀਕਾ ਜਿਹੜਾ 6ਵੀਂ ਤੇ 9ਵੀਂ ਪਾਤਸ਼ਾਹੀ ਸਾਹਿਬ ਦਾ ਗੁਰਦੁਆਰਾ ਜਿਹੜਾ ਹੈੱਡਕੁਆਰਟਰ ਹੈ ਹਰਿਆਣਾ ਦੀ ਵੱਖਰੀ ਕਮੇਟੀ ਦਾ ਜੀ, ਉੱਥੇ ਉਹ 32 ਦੇ 32 ਮੈਂਬਰ ਜੁੜਦੇ ਨੇ ਤੇ ਉਹਨਾਂ ਨੇ ਸਾਰੇ ਅਧਿਕਾਰ ਦਾਦੂਵਾਲ ਸਾਹਿਬ ਨੂੰ ਐਜ ਏ ਐਕਟਿੰਗ ਪ੍ਰੈਜ਼ੀਡੈਂਟ ਦਿੱਤੇ ਸੀ। ਅੱਛਾ ਜੀ। ਵੀ ਤੁਸੀਂ ਹੁਣ ਚੋਣ ਕਰਾਓ।
ਉਹ ਚੋਣ ਵਾਸਤੇ 5 ਬੰਦੇ ਸਾਹਮਣੇ ਆਏ ਸੀ ਜੀ। ਦਾਦੂਵਾਲ ਸਾਹਿਬ, ਜਥੇਦਾਰ ਰੱਤੀਆਂ ਤੇ ਇੱਕ ਹੋਰ ਭਾਈ ਸਾਹਿਬ ਸੀਗੇ, ਮੈਨੂੰ ਨਾਂ ਭੁੱਲ ਰਿਹਾ, ਤੇ 2 ਬੰਦੇ ਸੀ ਜਿਨ੍ਹਾਂ ਨੇ ਐਜ਼ ਏ ਕਵਰਿੰਗ ਉਮੀਦਵਾਰ ਨਾਮ 9 ਅਗਸਤ ਨੂੰ ਵਾਪਸ ਲਏ ਨੇ ਜੀ। ਉਹਨਾਂ 'ਚ ਇੱਕ ਉਮੀਦਵਾਰ ਸੀਗਾ ਹਰਪ੍ਰੀਤ ਸਿੰਘ ਨਰੂਲਾ ਜੀ, ਜਿਹਦੀਆਂ ਅਸ਼ਲੀਲ ਤਸਵੀਰਾਂ ਸਾਹਮਣੇ ਆਈਆਂ ਨੇ। ਸੋ ਇਹ 5 ਮੈਂਬਰਾਂ ਦੇ ਆਧਾਰਿਤ ਧੜਾ ਸੀ ਇੱਕ, ਮਤਲਬ ਗੱਲ ਕਹਿਣ ਦੀ, ਜਿਹੜੇ ਆਪਾਂ ਨਿਚੋੜ ਵੀ ਗੱਲ ਕਰਨੀ ਹੋਵੇ ਦਾਨੇ ਵਾਲੇ ਸਾਹਿਬ, ਜੀ ਕਿ ਨਵੀਂ ਜੁਮਾ ਨਵੀਆਂ ਇੱਕ ਚੋਣਾਂ ਹੋਣ ਲੱਗੀਆਂ ਨੇ ਤੇ ਉੱਥੇ ਵੀ ਅਸ਼ਲੀਲ ਤਸਵੀਰਾਂ ਆਪਸ ਚ ਪਾਟੋ ਧਾੜ ਆਉਣ ਲੱਗੀ ਸਿੱਖਾਂ ਚ। ਜੀ ਬੜੀ ਮਤਲਬ ਵੀ ਤੁਸੀਂ ਮਤਲਬ ਵੀ ਕਿਸੇ ਵੀ ਪਾਸੇ ਮਤਲਬ ਕਿ ਤੁਸੀਂ ਫੇਰ ਨਹੀਂ ਹੈਗੇ। ਵੀ ਤੁਸੀਂ ਜਦੋਂ ਵੀ ਕਦੇ ਚੋਣਾਂ ਹੋਣਗੀਆਂ ਤਾਂ ਇਹ ਸਾਰੀਆਂ ਚੀਜ਼ਾਂ ਲੈ ਕੇ ਆਉਂਗੇ ਵਾਪਸ। ਜੀ ਹੁਣ ਇਸ ਦ੍ਰਿਸ਼ਟੀਕੋਣ ਤੋਂ ਜਥੇਦਾਰ ਦਾਦੂਵਾਲ ਸਾਹਿਬ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ, ਕਿਉਂਕਿ ਹਰਿਆਣਾ ਦੇ ਵਿੱਚ ਤੁਹਾਨੂੰ ਸ਼ਾਇਦ ਘੱਟ ਜਾਣਕਾਰੀ ਹੋ ਸਕਦਾ ਹੋਵੇ ਜੀ, ਜਿੰਨੇ ਸਿੱਖ ਧਾਰਮਿਕ ਸਥਾਨ ਨੇ ਉਹਨਾਂ ਦੇ ਨਾਂ ਦੇ ਉੱਤੇ ਜ਼ਮੀਨਾਂ ਨੇ ਜਿਹੜੀਆਂ ਜਾਇਦਾਦ ਨੇ ਜੀ ਉਹ ਪੰਜਾਬ ਨਾਲੋਂ ਵੀ ਵੱਧ ਨੇ, ਬਹੁਤ ਜ਼ਿਆਦਾ ਨੇ। ਪਤਾ ਜੀ, ਅਸੀਂ ਡਿਸਕਸ ਕਰਕੇ ਕਿਉਂਕਿ ਮਹਾਰਾਜਾ ਜੀਂਦ ਨੇ ਲਵਾਈਆਂ ਨੇ ਤੇ ਕਿੰਨੇ ਮਹਾਰਾਜਾ ਨੇ ਉਹ ਜ਼ਮੀਨਾਂ ਲਵਾਈਆਂ ਨੇ। ਜੀ ਪੈਪਸੂ ਵੇਲੇ ਦੀਆਂ ਜ਼ਮੀਨਾਂ ਲੱਗੀਆਂ ਹੋਈਆਂ, ਪੈਪਸੂ ਵੇਲੇ ਦੀਆਂ ਜ਼ਮੀਨਾਂ ਲੱਗੀਆਂ ਜੀ, ਬਿਲਕੁਲ। ਹਾਂਜੀ। ਸੋ ਇਹ ਬੜਾ ਵੱਡਾ ਮਸਲਾ ਹੈ, ਵੱਡਾ ਮਸਲਾ ਕਹਿ ਲਓ ਵੀ ਇਹ ਬੜਾ ਵੱਡਾ ਇੱਕ ਜ਼ਿੰਮੇਵਾਰੀ ਹੈ। ਜੇਕਰ ਹੁਣ ਨਾਡਾ ਸਾਹਿਬ ਨਹੀਂ ਮਿਲਿਆ ਜੀ ਹਰਿਆਣਾ ਕਮੇਟੀ ਨੂੰ, ਅੱਛਾ, ਉਹ ਕਿਉਂ ਨਹੀਂ ਮਿਲਿਆ ਜੀ? ਉਹ ਕਿਉਂਕਿ ਇਹ ਵੀ ਇੱਕ ਬੜੀ ਦਿਲਚਸਪ ਗੱਲ ਹੈ ਜੀ। ਜਦੋਂ ਹਰਿਆਣਾ 'ਚ ਹੁੱਡਾ ਸਰਕਾਰ ਵੇਲੇ ਵੱਖਰੀ ਕਮੇਟੀ ਦਾ ਹਰਿਆਣਾ ਵਿਧਾਨ ਸਭਾ 'ਚ ਬਿੱਲ ਪਾਸ ਹੋ ਗਿਆ ਜੀ, ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਇਹਨਾਂ ਨੇ ਜਥੇ ਤੋੜਤੇ ਤੇ ਇਹਨਾਂ ਨੇ ਗੁਰਦੁਆਰਿਆਂ ਦੇ ਕਬਜ਼ੇ ਕਰ ਲਏ। ਅੱਛਾ ਜੀ। ਇਹਨਾਂ ਨੇ ਇੱਥੇ ਕਬਜ਼ਾ ਕੀਤਾ, ਇਹਨਾਂ ਨੇ ਇੱਕ ਅੰਬਾਲੇ ਦੇ ਨੇੜੇ ਗੁਰਦੁਆਰਾ ਸਾਹਿਬ ਨੇ ਉੱਥੇ ਕਬਜ਼ਾ ਕੀਤਾ ਤੇ ਇਹਨਾਂ ਨੇ ਉੱਥੇ ਲੋਕ ਵੜਨ ਨਹੀਂ ਦਿੱਤੇ। ਅੱਛਾ, ਹਰਿਆਣਾ ਕਮੇਟੀ ਵਾਲੇ ਉਦੋਂ ਲੱਗੇ ਵੀ ਤਵਰੀਖੀ ਗੱਲ ਹੈ, ਇਤਿਹਾਸ 'ਚ ਲਿਖੀ ਜਾਊਗੀ, ਜਿਹੜੇ ਗੁਰਦੁਆਰੇ ਉਧਰ ਰਹਿ ਗਏ ਤਾਂ ਉਹਨਾਂ ਕੋਲ ਚਲੇ ਗਏ, ਜਿਹੜੇ ਗੁਰਦੁਆਰੇ ਦੇ ਇਹ ਬਹਿ ਗਏ ਉਹ ਉਹਨਾਂ ਕੋਲ ਚਲੇ ਗਏ। ਕਿਉਂਕਿ ਜਿਹੜਾ ਨਾਡਾ ਸਾਹਿਬ ਗੁਰਦੁਆਰਾ ਹੈ ਜੀ, ਅਕਾਲੀ ਦਲ ਦਾ ਦਫ਼ਤਰ ਹੈਗਾ ਸੈਕਟਰ 28 ਚੰਡੀਗੜ੍ਹ 'ਚ, ਤੇ ਅਕਾਲੀ ਦਲ ਦਾ ਲੰਗਰ ਉੱਥੋਂ ਆਉਂਦਾ ਵੀ ਜੇ ਨਾਡਾ ਸਾਹਿਬ ਚਲਾ ਜਾਂਦਾ ਤਾਂ ਉਹ ਲੰਗਰ ਚਲਾ ਜਾਂਦਾ। ਦੱਸੋ, ਕਮਾਲ ਦੀ ਗੱਲ ਇਹ ਹੈ। ਦੱਸੋ। ਧੰਨ ਭਾਗ। ਚਲੋ, ਸੋ ਜਿੰਨੇ ਇਹਨਾਂ ਦੇ ਬਾਡੀਗਾਰਡ ਨੇ ਉੱਥੇ ਰਹਿੰਦੇ, ਜਿੰਨੇ ਸੁਰੱਖਿਆ ਮੁਲਾਜ਼ਮ ਨੇ, ਉਹਨਾਂ ਦਾ ਮਤਲਬ ਕਿ ਨਹਾਣਾ ਧੋਣਾ ਨਾੜਾ ਸਭ ਚੱਲਦਾ। ਦੱਸੋ, ਆਹ ਕਹਾਣੀ ਹੈ। ਚਲੋ, ਬਹੁਤ ਸੋਹਣਾ ਚਾਨਣਾ ਪਾਇਆ ਜੀ, ਮਿਹਰਬਾਨੀ ਤੁਹਾਡੀ।